Hello and welcome to Chetan Bharat Learning, and also welcome to daily Polity MCQ practice session. ਆਪਾਂ ਪੰਜਾਬ PCS ਨੂੰ ਟਾਰਗੇਟ ਕਰਦੇ ਹੋਇਆ ਡੇਲੀ 10 ਕੁਐਸਚਨ ਪੋਲਿਟੀ ਦੇ ਡਿਸਕਸ ਕਰ ਰਹੇ ਹਾਂ ਤੇ ਅਨਦਰ ਵੀਡੀਓ ਦੇ ਵਿੱਚ ਅਨਦਰ ਸਬਜੈਕਟ ਵੀ ਡਿਸਕਸ ਕੀਤੇ ਜਾ ਰਹੇ ਹਨ। ਤਾਂ ਫਿਰ ਅੱਜ ਆਪਾਂ ਪੋਲਿਟੀ ਦੇ ਵਿੱਚ ਕਵਰ ਕਰਨ ਜਾ ਰਹੇ ਹਾਂ ਦੋ ਇੰਪੋਰਟੈਂਟ ਚੈਪਟਰਸ, ਇੱਕ ਸਿਟੀਜ਼ਨਸ਼ਿਪ ਐਂਡ ਸੈਕੰਡ ਯੂਨੀਅਨ ਐਂਡ ਇਟਸ ਟੈਰੀਟਰੀਜ਼। To begin with, the very first question, that is part 1 of Indian Constitution, Union and its territories. Consider the following statements with respect to Article 1 of the Constitution of India, which deals with the Union and its territories. So first, India is declared as Union of States under Article 1 of the Constitution. कि इंडिया ਨੂੰ यूनियन ऑफ स्टेट्स ਕਿਹਾ ਗਿਆ ਹੈ ਜਾਂ ਫਿਰ ਇਹਨੂੰ ਫੈਡਰੇਸ਼ਨ ਆਫ ਸਟੇਟ ਕਿਹਾ ਗਿਆ। ਤਾਂ ਯਾਦ ਰੱਖਣਾ, ਹਾਲਾਂਕਿ ਆਪਾਂ ਆਪਣੇ ਸਿਸਟਮ ਦੇ ਵਿੱਚ ਫੈਡਰਲਿਜ਼ਮ ਲਿਆ ਹੋਇਆ ਹੈ, ਲੇਕਿਨ ਜੋ ਆਰਟੀਕਲ 1 ਡਿਕਲੇਅਰ ਕਰਦਾ ਹੈ, ਇੰਡੀਆ ਦੈਟ ਇਜ਼ ਭਾਰਤ ਸ਼ੈਲ ਬੀ ਦ यूनियन ऑफ स्टेट्स. First statement is correct. Moving to the Indian Federation is the result of an agreement between the units, that is the states. Now this is blatantly wrong statement. ਰਾਦਰ ਡਾਕਟਰ ਅੰਬੇਡਕਰ ਨੇ ਜਦੋਂ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਯੂਨੀਅਨ ਵਰਡ ਦੀ ਵਰਤੋਂ ਨੂੰ ਐਕਸਪਲੇਨ ਕੀਤਾ ਸੀਗਾ, ਤਾਂ ਉਹਨਾਂ ਨੇ ਇੱਕ ਪੁਆਇੰਟ ਇਹੀ ਚੱਕਿਆ ਸੀਗਾ ਕਿ ਆਪਾਂ ਯੂਨੀਅਨ ਵਰਡ ਯੂਜ਼ ਕਰ ਰਹੇ ਹਾਂ, ਇਹਦਾ ਇੱਕ ਸਿਗਨੀਫੀਕੈਂਸ ਇਹ ਵੀ ਹੈ ਕਿ ਅਮਰੀਕਾ ਵਾਂਗ ਆਪਾਂ ਕਿਸੇ ਕੰਟਰੈਕਟ ਦਾ ਰਿਜ਼ਲਟ ਨਹੀਂ ਆ। ਇੰਡੀਆ ਆਰਗੈਨਿਕਲੀ ਹੋਲ ਪਹਿਲਾਂ ਤੋਂ ਐਗਜ਼ਿਸਟ ਕਰਦਾ ਸੀਗਾ, ਅਨਲਾਈਕ ਦ ਯੂਐਸਏ। ਜਦੋਂ ਯੂਐਸਏ ਕਲੋਨੀਅਲ ਰੂਲ ਤੋਂ ਆਜ਼ਾਦ ਹੁੰਦਾ ਹੈ ਤਾਂ ਯੂਐਸ ਦੀ 13 ਕਲੋਨੀਜ਼ ਆਪਸ ਵਿੱਚ ਮਿਲ ਕੇ ਇੱਕ ਕੰਟਰੀ ਬਣਾ ਲੈਂਦੇ ਨੇ ਇੱਕ ਕਨਸਟੀਟਿਊਸ਼ਨ ਦੇ ਥਰੂ, ਜੋ ਵੱਧਿਆਂ ਅੱਜ 50 ਸਟੇਟਸ ਨੇ। ਸੋ ਅਮਰੀਕਾ ਇਜ਼ ਦ ਰਿਜ਼ਲਟ ਆਫ ਕੰਟਰੈਕਟ, ਇੰਡੀਆ ਇਜ਼ ਨੋ ਰਿਜ਼ਲਟ ਆਫ ਕੰਟਰੈਕਟ ਔਰ ਐਗਰੀਮੈਂਟ। Then the territory of India includes states, union territories, and any other territory acquired. So it is correct statement. Like ਜਦੋਂ ਆਰਟੀਕਲ 1 ਦੇ ਵਿੱਚ ਹੀ ਇੱਕ ਯੂਨੀਅਨ ਆਫ ਸਟੇਟਸ ਵਰਡ ਯੂਜ਼ ਕੀਤਾ ਗਿਆ ਜਿਹਦੇ ਵਿੱਚ ਸਿਰਫ ਸਟੇਟ ਸ਼ਾਮਿਲ ਹੁੰਦੇ ਨੇ, ਤੇ ਦੂਜੀ ਟਰਮ ਆਉਂਦੀ ਹੈ ਟੈਰੀਟਰੀ ਆਫ ਇੰਡੀਆ। ਤਾਂ ਟੈਰੀਟਰੀ ਦੇ ਵਿੱਚ 3 ਟੈਰੀਟਰੀ ਦੀ ਗੱਲ ਕੀਤੀ ਗਈ, ਆਲ ਦ ਸਟੇਟਸ, ਆਲ ਦ ਯੂਟੀਜ਼, ਇਹ ਸਭੀ ਭਾਰਤ ਦਾ ਪਾਰਟ ਨੇ, ਤੇ ਕੋਈ ਵੀ ਟੈਰੀਟਰੀ ਜੋ ਆਪਾਂ ਐਕਵਾਇਰ ਕਰਦੇ ਹਾਂ। ਜਦੋਂ ਸਾਡਾ ਕਨਸਟੀਟਿਊਸ਼ਨ ਲਾਗੂ ਹੋਇਆ ਉਹ ਸਾਡਾ ਪਾਰਟ ਨਹੀਂ ਸੀ, ਲੇਕਿਨ ਆਪਾਂ ਬਾਅਦ ਚ ਐਕਵਾਇਰ ਕਰ ਲਿਆ ਤਾਂ ਉਹ ਵੀ ਸਾਡੀ ਹੀ ਟੈਰੀਟਰੀ ਹੋਗੀ। ਫॉर एग्जांपल ਗੋਆ, ਇਸ ਤੋਂ ਇਲਾਵਾ ਪੁਡੂਚੇਰੀ ਹੈ, ਦਮਨ ਐਂਡ ਦੀਊ, ਦਾਦਰਾ ਨਗਰ ਹਵੇਲੀ। ਸੋ ਐਕਵਾਇਰਡ ਟੈਰੀਟਰੀ ਵੀ ਸਾਡੀ ਟੈਰੀਟਰੀ ਹੀ ਹੋਗੀ। ਦੈਨ ਦ ਸਟੇਟਸ ਇਨ ਇੰਡੀਆ ਹੈਵ ਦ ਫਰੀडम ਟੂ ਸੀਟ ਫਰੋਮ ਯੂਨੀਅਨ ਐਸ ਪਰ ਆਰਟੀਕਲ 1। ਕਿ ਆਰਟੀਕਲ 1 ਦੇ ਵਿੱਚ ਕਿਸੇ ਸਟੇਟ ਨੂੰ ਇਹ ਪਾਵਰ ਦਿੱਤੀ ਹੋਈ ਹੈ ਕਿ ਉਹ ਇੰਡੀਆ ਤੋਂ ਅੱਡ ਹੋ ਕੇ ਆਪ ਦੀ ਇੱਕ ਅਲੱਗ ਕੰਟਰੀ ਬਣਾ ਲੂਗਾ? ਆਨਸਰ ਇਜ਼ नो। सो आप याद रखना, इंडियन कॉन्स्टिट्यूशन पार्लियामेंट ਨੂੰ ਐਮਪਾਵਰ ਕਰਦਾ ਹੈ ਕਿ ਉਹ ਕੋਈ ਟੈਰੀਟਰੀ ਐਕਵਾਇਰ ਕਰ ਸਕਦਾ ਹੈ, ਲੇਕਿਨ ਇੱਥੋਂ ਟੁੱਟ ਕੇ ਅਲੱਗ ਹੋਣ ਦਾ ਕੋਈ ਪ੍ਰੋਵੀਜ਼ਨ ਕਨਸਟੀਟਿਊਸ਼ਨ ਦੇ ਵਿੱਚ ਨਹੀਂ ਦਿੱਤਾ ਹੋਇਆ। ਸੋ ਕਿੰਨੇ ਸਟੇਟਮੈਂਟ ਕਰੈਕਟ ਨੇ? ਓਨਲੀ 2 statements are correct. Next, consider the following statements with respect to Constitution of India. Parliament can admit new states into the Union of India or establish new states under Article 2, and it has discretion to decide the terms of admission. तो दो चीज़ां कि पार्लियामेंट ਕੋਲ ਪਾਵਰ ਹੈ, ਪ੍ਰੈਜ਼ੀਡੈਂਟ ਕੋਲ। तो याद रखना, अगर इंडियन यूनियन ਦੇ ਵਿੱਚ ਕਿਸੇ ਸਟੇਟ ਨੂੰ ਐਡ ਕਰਨਾ ਹੈ ਜਾਂ ਕੋਈ ਨਵਾਂ ਸਟੇਟ ਸਟੈਬਲਿਸ਼ ਕਰਨਾ ਹੈ ਤਾਂ ਪਾਰਲੀਮੈਂਟ ਬਾਈ ਲਾਅ ਇਹ ਕੰਮ ਕਰ ਸਕਦੀ ਹੈ, ਐਗਜ਼ੀਕਿਊਟਿਵ ਐਕਸ਼ਨ ਤੋਂ ਨਹੀਂ ਹੋ। ਤੇ ਦੂਜਾ ਕਿ ਪਾਰਲੀਮੈਂਟ ਕੋਲ ਡਿਸਕ੍ਰਿਸ਼ਨ ਹੈ ਕਿਉਂਕਿ ਆਰਟੀਕਲ 2 ਵਰਡਿੰਗ ਯੂਜ਼ ਕਰਦਾ ਹੈ ਐਜ਼ ਦ ਟਰਮਸ इट थिंक्स फिट। तो पार्लियामेंट की डिस्क्रिशन है कि किस टर्म्स एंड कंडीशन पे वो किसी टेरिटरी ਨੂੰ इंडियन यूनियन ਦੇ ਵਿੱਚ ਐਡ ਕਰਦੇ ਨੇ। then article 3 of the constitution provides that parliament the power to alter the boundaries, names, areas of existing states, but require prior approval from the state legislature. so article 3 ਦੇ ਵਿੱਚ ਪਾਵਰ ਦਿੱਤੀ ਗਈ ਹੈ ਕਿ ਉਹ ਪਾਰਲੀਮੈਂਟ ਬਾਈ ਲਾਅ ਕਿਸੇ ਵੀ ਸਟੇਟ ਦਾ ਏਰੀਆ ਇਨਕਰੀਜ਼ ਕਰ ਸਕਦਾ ਹੈ, ਡਿਕਰੀਜ਼ ਕਰ ਸਕਦਾ ਹੈ, ਆਲਟਰ ਕਰ ਸਕਦਾ ਹੈ, ਇੱਥੇ ਤੱਕ ਕਿ ਸਟੇਟ ਦਾ ਨਾਮ ਵੀ ਚੇਂਜ ਕੀਤਾ ਜਾ ਸਕਦਾ ਹੈ, ਜਿਵੇਂ ਉੱਤਰਾਂਚਲ ਦਾ ਉੱਤਰਾਖੰਡ ਕਰ ਦਿੱਤਾ ਗਿਆ। ਬਟ ਕੀ ਇਹਦੇ ਵਾਸਤੇ ਪਾਰਲੀਮੈਂਟ ਨੂੰ ਸਟੇਟ ਦਾ ਅਪਰੂਵਲ ਨੀਡਡ ਹੈ? ਤਾਂ ਯਾਦ ਰੱਖਣਾ ਕਿ ਆਰਟੀਕਲ 3 ਦੇ ਵਿੱਚ ਇਹ ਬਿੱਲ ਪ੍ਰੈਜ਼ੀਡੈਂਟ ਸਟੇਟ ਦੀ ਓਪੀਨੀਅਨ ਵਾਸਤੇ ਤਾਂ ਭੇਜਦੇ ਨੇ, ਲੇਕਿਨ ਉਹ ਓਪੀਨੀਅਨ ਬਾਈਂਡਿੰਗ ਇਫੈਕਟ ਨਹੀਂ ਰੱਖਦੀ ਹੈ। ਸੋ ਅਪਰੂਵਲ word is wrong. Then a bill for the formation of new states or alteration of the state boundaries under Article 3 requires the prior recommendation of President.
ਹੁਣ ਇਹ ਹੈ ਤਾਂ ਆਰਡੀਨਰੀ ਬਿੱਲ, ਮਨੀ ਬਿੱਲ ਤਾਂ ਹੈ ਨਹੀਂ, ਬਟ ਇਹ ਐਕਸੈਪਸ਼ਨ ਰੂਲ ਹੈ। ਆਰਡੀਨਰੀ ਬਿੱਲ ਹੁੰਦਿਆਂ ਹੋਇਆਂ ਵੀ ਇਹ ਸਿਰਫ ਪ੍ਰੈਜ਼ੀਡੈਂਟ ਦੀ ਰਿਕਮੈਂਡੇਸ਼ਨ ਤੇ ਹੀ ਪਾਰਲੀਮੈਂਟਰੀ ਹਾਊਸ ਦੇ ਵਿੱਚ ਇੰਟਰੋਡਿਊਸ ਕੀਤਾ ਜਾ ਸਕਦਾ ਹੈ। ਸੋ ਥਰਡ ਸਟੇਟਮੈਂਟ ਇਜ਼ ਕਰੈਕਟ। ਐਂਡ ਦੈਨ laws made under Article 2 and 3, which involves changes in the first and fourth schedule, are considered an amendment to the Constitution as per Article 368। ਜਦੋਂ ਵੀ ਆਪਾਂ ਫਰਸਟ ਸ਼ਡਿਊਲ ਦੇ ਵਿੱਚ ਕਿਸੇ ਨਵੇਂ ਸਟੇਟ ਦਾ ਨਾਮ ਐਂਟਰ ਕਰਾਂਗੇ ਜਾਂ ਫੋਰਥ ਸ਼ਡਿਊਲ ਦੇ ਵਿੱਚ ਉਸ ਸਟੇਟ ਦਾ ਨਾਮ ਲਿਖ ਕੇ ਰਾਜ ਸਭਾ ਦੀ ਸੀਟ ਦਾ ਐਲੋਕੇਸ਼ਨ ਕਰਾਂਗੇ ਤਾਂ ਕਿ ਇਹ 368 ਦੇ ਥਰੂ ਅਮੈਂਡਮੈਂਟ ਮੰਨਿਆ ਜਾਊਗਾ? ਐਨ ਆਂਸਰ ਇਜ਼ ਨੋ। ਸੋ ਸਟੇਟਮੈਂਟ ਇਜ਼ ਰੋਂਗ ਬਿਕੋਜ਼ ਅੰਡਰ ਆਰਟੀਕਲ 4 ਇਹ ਪ੍ਰੋਵਾਈਡ ਕੀਤਾ ਗਿਆ ਹੈ ਕਿ ਇਹ ਅਮੈਂਡਮੈਂਟ ਸਿੰਪਲ ਅਮੈਂਡਮੈਂਟ ਹੋਗੀ, ਸਿੰਪਲ ਮੈਜੋਰਿਟੀ ਨਾਲ ਜੋ ਬਿੱਲ ਪਾਸ ਹੋਊਗਾ ਉਹਦੇ ਥਰੂ ਹੀ ਸ਼ਡਿਊਲ 1 ਤੇ ਸ਼ਡਿਊਲ 4 ਅਮੈਂਡ ਹੋ ਜਾਣਗੇ। ਸੋ ਆਰ ਆਂਸਰ ਇਜ਼, how many statements are correct? 2 statements are correct here. Next question, which of the following is are not valid ground for acquiring Indian citizenship under Citizenship Act of 1955? Citizenship Act ਦੇ ਵਿੱਚ 5 ਗਰਾਊਂਡ ਦਿੱਤੇ ਗਏ ਨੇ ਜਿਹਦੇ ਆਧਾਰ ਤੇ ਕੋਈ ਇੰਡੀਅਨ ਸਿਟੀਜ਼ਨਸ਼ਿਪ ਐਕਵਾਇਰ ਕਰ ਸਕਦਾ ਹੈ। ਇਟ ਇਜ਼ ਬਾਈ ਬਰਥ, ਬਾਈ ਡਿਸੈਂਟ, ਬਾਈ ਰਜਿਸਟ੍ਰੇਸ਼ਨ, ਨੈਚੁਰਲਾਈਜੇਸ਼ਨ ਐਂਡ ਇਨਕੋਰਪੋਰੇਸ਼ਨ ਆਫ ਟੈਰੀਟਰੀ। ਸੋ ਔਡ ਵਨ ਆਊਟ ਦਾ ਕੁਐਸਚਨ ਹੈ ਤੇ ਆਪਾਂ ਨੂੰ ਪੁੱਛਿਆ ਗਿਆ ਕਿੰਨੀ ਸਟੇਟਮੈਂਟ ਇਨਕਰੈਕਟ ਹੈ। ਸੋ ਬਾਈ ਬਰਥ ਇਟ ਇਜ਼ देयर, ਬਾਈ ਰਜਿਸਟ੍ਰੇਸ਼ਨ ਇਟ ਇਜ਼ देयर, ਬਾਈ ਡਿਸੈਂਟ ਇਟ ਇਜ਼ देयर, ਬਾਈ ਪ੍ਰੋਪਰਟੀ ਓਨਰਸ਼ਿਪ। ਸੋ ਇਹ ਕੋਈ ਸਪੈਸੀਫਿਕ ਗਰਾਊਂਡ ਨਹੀਂ ਹੈ ਕਿ ਇੱਥੇ ਆ ਕੇ ਕੋਈ ਮੰਨ ਲਓ ਇੰਗਲੈਂਡ ਦਾ ਬੰਦਾ ਇੱਥੇ ਆ ਕੇ ਪ੍ਰਾਪਰਟੀ ਲੈ ਲਵੇ ਤੇ ਆਪਾਂ ਉਹਨੂੰ ਪ੍ਰਾਪਰਟੀ ਦੇ ਬੇਸ ਤੇ ਕਿ ਤੁਸੀਂ ਇੱਥੇ ਪ੍ਰਾਪਰਟੀ ਖਰੀਦ ਲਈ ਆਪਾਂ ਸਿਟੀਜ਼ਨਸ਼ਿਪ ਦੇ ਦਈਏ। ਸੋ ਇਹ ਗਰਾਊਂਡ ਇੰਡੀਅਨ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਨਹੀਂ ਦਿੱਤਾ ਗਿਆ। ਸੋ ਆਂਸਰ ਇਜ਼ only one statement is incorrect, that is D statement. Moving to, consider the following statements with respect to the reorganization of Indian states after independence. Dhar Commission of 1948 emphasized the importance of reorganizing states on linguistic basis. ਧਰ ਕਮਿਸ਼ਨ ਜੋ ਪਹਿਲਾ ਕਮਿਸ਼ਨ ਸੀਗਾ ਕਿ ਆਪਾਂ ਕਿੱਦਾਂ ਨਵੇਂ ਸਟੇਟ ਕ੍ਰੀਏਟ ਕਰੀਏ, ਕਿ ਇਹਨਾਂ ਨੇ ਲਿੰਗੁਇਸਟਿਕ ਡਿਮਾਂਡ ਨੂੰ ਮੰਨ ਲਿਆ ਸੀਗਾ? ਤਾਂ ਯਾਦ ਰੱਖਣਾ, ਜਦੋਂ ਰੀਆਰਗਨਾਈਜੇਸ਼ਨ ਦਾ ਸਵਾਲ ਆਇਆ ਕਿ ਨਵੇਂ ਇੰਡੀਆ ਦੇ ਵਿੱਚ ਆਪਾਂ ਕਿੱਦਾਂ ਦੇ ਸਟੇਟਸ ਬਣਾਵਾਂਗੇ, ਕਿਹੜੇ ਬੇਸਿਸ ਤੇ ਬਣਾਵਾਂਗੇ, ਇੱਕ ਪਾਸੇ ਕਾਫੀ ਸਾਰੇ ਸੈਕਸ਼ਨ ਆਫ ਸੁਸਾਇਟੀ ਦੀ ਡਿਮਾਂਡ ਸੀਗੀ ਕਿ ਨਵੇਂ ਸਟੇਟ ਬਣਨੇ ਚਾਹੀਦੇ ਨੇ ਲੈਂਗੁਏਜ ਬੇਸਿਸ ਤੇ, ਕਿ ਇੱਕ ਰਾਜ ਦੇ ਵਿੱਚ ਇੱਕੋ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਹੋਣ। 1950s ਦੇ ਵਿੱਚ ਪੰਜਾਬ ਦੇ ਵਿੱਚ ਵੀ ਪੰਜਾਬ ਸੂਬਾ ਮੂਵਮੈਂਟ ਆ ਚੁੱਕੀ ਹੈ ਕਿ ਪੰਜਾਬੀ ਸਪੀਕਿੰਗ ਲਈ ਇੱਕ ਅਲੱਗ ਤੋਂ ਸਟੇਟ ਕ੍ਰੀਏਟ ਕੀਤੀ ਜਾਵੇ, ਲੇਕਿਨ ਇਸ ਡਿਮਾਂਡ ਨੂੰ ਧਰ ਕਮਿਸ਼ਨ ਨੇ ਕੇਟਰ ਨਹੀਂ ਸੀ ਕੀਤਾ। ਧਰ ਕਮਿਸ਼ਨ ਨੇ ਕਿਹਾ ਸੀਗਾ ਲਿੰਗੁਇਸਟਿਕ ਬੇਸਿਸ ਤੇ ਸਟੇਟ ਨਹੀਂ ਬਣਨਗੇ, ਸਗੋਂ ਐਡਮਿਨਿਸਟ੍ਰੇਟਿਵ ਕਨਵੀਨੀਅੰਸ ਤੇ ਬਣਾਏ ਜਾਣਗੇ। ਸੋ ਪਹਿਲੀ ਸਟੇਟਮੈਂਟ ਰੋਂਗ ਹੈ। ਸੈਕੰਡ, the JVP committee of 1948 dismissed the idea of reorganizing states on linguistic basis। तो 1948 ਤੋਂ ਬਾਅਦ ਇੱਕ JVP ਕਮੇਟੀ ਬਣਾਈ ਗਈ ਸੇਮ ਮੁੱਦੇ ਨੂੰ ਲੈ ਕੇ, ਜਿਹਦੇ ਵਿੱਚ ਮੈਂਬਰ ਸੀਗੇ ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਤੇ ਪੱਟਾਭੀ ਸੀਤਾਰਮਈਆ, ਤੇ ਇਹਨਾਂ ਨੇ ਵੀ ਲਿੰਗੁਇਸਟਿਕ ਬੇਸਿਸ ਨੂੰ ਇਨਕਾਰ ਕਰ ਦਿੱਤਾ ਸੀਗਾ ਤੇ ਕਿਹਾ ਸੀਗਾ ਐਡਮਿਨਿਸਟ੍ਰੇਟਿਵ ਕਨਵੀਨੀਅੰਸ ਤੇ ਹੀ ਆਪਾਂ ਸਟੇਟਸ ਬਣਾਵਾਂਗੇ। ਸੋ ਸੈਕੰਡ ਸਟੇਟਮੈਂਟ ਇਜ਼ ਕਰੈਕਟ। ਥਰਡ, the creation of first linguistic state of Andhra Pradesh was not influenced by public agitation। Now, ਇਹੀ ਤਾਂ ਪ੍ਰੋਬਲਮ ਕਿ 1949 ਦੇ ਵਿੱਚ ਇੱਕ ਇੰਨੀ ਪਾਵਰਫੁਲ ਕਮੇਟੀ ਜਿਹਦੇ ਵਿੱਚ ਦ ਦੈਨ ਪ੍ਰਾਈਮ ਮਿਨਿਸਟਰ ਹੈ, ਹੋਮ ਮਿਨਿਸਟਰ ਹੈ, ਉਹ ਕਹਿ ਰਹੇ ਅਸੀਂ ਤਾਂ ਲਿੰਗੁਇਸਟਿਕ ਬੇਸਿਸ ਤੇ ਬਣਾਉਣਾ ਹੀ ਨਹੀਂਗਾ। ਇਸ ਤੋਂ ਬਾਵਜੂਦ ਕਿਉਂਕਿ ਸਾਊਥ ਦੇ ਵਿੱਚ ਪੋਟੀ ਸ਼੍ਰੀਰਾਮੁਲੂ ਇੱਕ ਇੰਪੋਰਟੈਂਟ ਲੀਡਰ, ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਮੂਵਮੈਂਟ ਚੱਲ ਰਹੀ ਹੈ ਕਿ ਮਦਰਾਸ ਤੋਂ ਤੇਲਗੂ ਸਪੀਕਿੰਗ ਆਂਧਰਾ ਪ੍ਰਦੇਸ਼ ਅਲੱਗ ਕੱਢਿਆ ਜਾਵੇ। ਤੇ ਪੋਟੀ ਸ਼੍ਰੀਰਾਮੁਲੂ ਜੀ 56 ਡੇਜ਼ ਦੀ ਹੰਗਰ ਸਟ੍ਰਾਈਕ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸੀਗੇ। ਉਸ ਤੋਂ ਬਾਅਦ ਇਹ ਪ੍ਰੋਟੈਸਟ ਵਾਇਲੈਂਟ ਹੋ ਗਿਆ ਔਰ ਇੰਨਾ ਜ਼ਿਆਦਾ ਵਾਇਲੈਂਸ ਕਿ ਨਹਿਰੂ ਜੀ ਨੂੰ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਕਹਿਣਾ ਪਿਆ ਕਿ ਇਫ ਵੀ ਡੂ ਨਾਟ ਕੇਟਰ ਦ ਡਿਮਾਂਡ ਆਫ ਥੀਸ ਪੀਪਲ, ਇੰਡੀਆ ਇਜ਼ ਲੀਡਿੰਗ ਟੁਵਰਡਸ ਸਿਵਲ ਵਾਰ। So it was heavily influenced by public agitation. Then the Fazal Ali Commission, ਜਿਹਨੂੰ State Reorganization Commission ਵੀ ਕਿਹਾ ਜਾਂਦਾ, the Fazal Ali Commission recommended the reorganization of India into 16 states and 3 centrally administered area. So yes, it is correct ਜੋ ਇਨਕੀ recommendation ਸੀਗੀ। ਪਹਿਲੀ ਗੱਲ ਤਾਂ ਫਜ਼ਲ ਅਲੀ ਦੇ ਨਾਲ ਯਾਦ ਰੱਖਣਾ ਕਿ ਇਹਨਾਂ ਨੇ linguistic basis ਨੂੰ accept ਕਰ ਲਿਆ ਸੀਗਾ।
ਨਾਲ ਹੀ ਕੁਝ ਔਰ ਕ੍ਰਾਈਟੇਰੀਆ ਜਿਵੇਂ ਕਿ ਇਕਨੋਮਿਕ, ਫਾਈਨੈਂਸ਼ੀਅਲ ਐਂਡ ਐਡਮਿਨਿਸਟ੍ਰੇਟਿਵ ਕਨਵੀਨੀਅੰਸ, ਸਿਕਿਉਰਿਟੀ ਆਫ ਇੰਡੀਆ ਤੇ ਵੈਲਫੇਅਰ ਆਫ ਪੀਪਲ, ਇਹ ਵੀ ਗਰਾਊਂਡਸ ਨਾਲ ਸ਼ਾਮਿਲ ਕੀਤੇ ਨਵੇਂ ਸਟੇਟ ਦੀ ਕ੍ਰੀਏਸ਼ਨ ਦੇ ਵਿੱਚ। ਤੇ ਨਾਲ ਹੀ ਕਿਹਾ ਕਿ 16 ਸਟੇਟ ਤੇ 3 ਸੈਂਟਰਲੀ ਐਡਮਿਨਿਸਟ੍ਰੇਟਡ ਏਰੀਆ ਦੇ ਵਿੱਚ ਇੰਡੀਆ ਨੂੰ ਵੰਡ ਲੈਣਾ ਚਾਹੀਦਾ ਹੈ। ਸੋ finally we have to find correct statement and 2 and 4 are correct statements. Moving to which of the following statements is are correct regarding J&K Reorganization Act 2019 ਜਿਹਦੇ ਥਰੂ ਜੰਮੂ ਐਂਡ ਕਸ਼ਮੀਰ ਨੂੰ ਸਟੇਟਹੁੱਡ ਤੋਂ ਕਨਵਰਟ ਕਰਕੇ ਯੂਟੀਜ਼ ਦੇ ਵਿੱਚ ਬਦਲ ਦਿੱਤਾ ਗਿਆ ਹੈ। ਪਹਿਲਾ, ਜੰਮੂ ਐਂਡ ਕਸ਼ਮੀਰ was organized or reorganized into 3 UTs. Answer is no, into 2 UTs. One is J&K, UT with legislature, and Ladakh without legislature. The Union Territory of Jammu and Kashmir includes district of Kargil and Leh. Blatantly wrong. ਸਗੋਂ ਕਰਗਿਲ ਤੇ ਲੇਹ ਨੂੰ ਮਿਲਾ ਕੇ ਬਣਿਆ ਹੈ ਲੱਦਾਖ। Rest of the area is under UT of J&K. Then the Jammu and Kashmir High Court became the common high court for both Jammu and Kashmir and Ladakh. Statement is correct. Then Ladakh is given special status under Schedule 6 of the Constitution of India. So ਦੇਖੋ ਜਿਵੇਂ Schedule 6 ਦੀ ਆਪਾਂ ਗੱਲ ਕਰੀਏ ਤਾਂ ਇਹ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਟ੍ਰਾਈਬਲ ਏਰੀਆ ਇਨ ਦ ਸਟੇਟਸ ਆਫ ਅਸਮ, ਮੇਘਾਲਿਆ, ਮਿਜ਼ੋਰਮ, ਤ੍ਰਿਪੁਰਾ, 4 ਸਟੇਟ ਵਾਸਤੇ ਹੈ। ਤਾਂ ਕਿ ਸ਼ਡਿਊਲ 6 ਦੀ ਹੀ ਸਪੈਸ਼ਲ ਸਟੇਟਸ ਆਪਾਂ ਲਦਾਖ ਨੂੰ ਦਿੱਤੀ ਹੈ। ਲਦਾਖ ਦੇ ਵਿੱਚ ਇੱਕ ਲੋਕਲ ਡਿਮਾਂਡ ਜ਼ਰੂਰ ਹੈ ਕਿ ਸਾਨੂੰ ਸ਼ਡਿਊਲ 6 ਦੀ ਪ੍ਰੋਟੈਕਸ਼ਨ ਦਿੱਤੀ ਜਾਵੇ। ਇਹਦੇ ਕਰਕੇ ਪ੍ਰੋਟੈਸਟ ਵੀ ਹੋਏ। ਇੱਕ ਉੱਥੇ ਦੇ ਲੀਡਰ ਨੇ ਸੋਨਮ ਵਾਂਗਚੁਕ, ਉਹਨਾਂ ਨੇ ਕੰਟਰੀ ਵਾਈਡ ਇੱਕ ਪਦਯਾਤਰਾ ਵੀ ਕੀਤੀ ਸੀਗੀ, ਬਟ ਹਜੇ ਤੱਕ ਇਹ ਡਿਮਾਂਡ ਕੇਟਰ ਨਹੀਂ ਕੀਤੀ ਗਈ ਹੈ। ਸੋ fourth statement is incorrect. So we have to find the correct statement as our answer, and answer is only one statement is correct. Coming to which of the following is are true regarding the National Register of Citizen in Assam NRC issue? तो सिटीजनशिप नाल ही दो इंपॉर्टेंट मुद्दे जो सानू पढ़ने पैने हैं वो है एक एनआरसी का कंसेप्ट, दूजा सिटीजनशिप अमेंडमेंट एक्ट ऑफ 2019। सो एनआरसी जो सिर्फ ते सिर्फ असम दे विच है, ਇਹਦੇ ਵਾਸਤੇ ਕੀ ਸਟੇਟਮੈਂਟ ਨੇ? NRC was originally established in Assam in 1951 and has been maintained ever since. सो हाँ, कोशिश जारी है। 1951 ਤੋਂ ਉੱਥੇ NRC ਦਾ ਕਨਸੈਪਟ ਹੈ, ਲੇਕਿਨ ਇਹਦਾ ਇੱਕ ਫਾਈਨਲ ਰਜਿਸਟਰ ਹਜੇ ਤੱਕ ਪ੍ਰਪੇਅਰ ਨਹੀਂ ਹੋਇਆ। ਲੇਕਿਨ ਓਵਰ ਦਾ ਟਾਈਮ ਇਹਨੂੰ ਜੋ ਹੈ ਇਹਦੇ ਵਿੱਚ ਚੀਜ਼ਾਂ ਐਡ ਕਰਦੇ ਰਹਿੰਦੇ, ਨਾਮ ਸ਼ਾਮਿਲ ਕਰਦੇ ਰਹਿੰਦੇ ਨੇ। Then Government of India initiated the process of implementing NRC across all the states of India in 2014. Answer is no. ਇੱਕ ਕਨਫਿਊਜ਼ਨ ਆ ਗਿਆ ਸੀਗਾ ਸਾਲ 2019 ਦੇ ਵਿੱਚ ਜਦੋਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਕੀਤਾ ਗਿਆ ਤੇ ਸਾਡੇ ਆਨਰੇਬਲ ਹੋਮ ਮਿਨਿਸਟਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਅਨਾਉਂਸ ਕਰ ਦਿੱਤਾ ਸੀਗਾ ਕਿ ਤੁਸੀਂ ਕ੍ਰੋਨੋਲੋਜੀ ਸਮਝੋ, ਪਹਿਲਾਂ ਸੀ ਆਇਆ, ਹੁਣ ਨੇਸ਼ਨ ਵਾਈਡ ਐਨਆਰਸੀ ਆਊਗੀ। ਲੇਕਿਨ ਗਵਰਨਮੈਂਟ ਨੇ ਹਾਲੇ ਤੱਕ ਇਦਾਂ ਦਾ ਕੋਈ ਆਰਡਰ ਪਾਸ ਨਹੀਂ ਕੀਤਾ। ਬਾਅਦ ਦੇ ਵਿੱਚ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਪਬਲਿਕ ਰੈਲੀ ਦੇ ਵਿੱਚ ਅਨਾਉਂਸ ਵੀ ਕੀਤਾ ਸੀਗਾ ਨੇਸ਼ਨ ਵਾਈਡ ਐਨਆਰਸੀ ਆਪਾਂ ਨਹੀਂ ਲੈ ਕੇ ਆ ਰਹੇ। तो असम तो अलावा और किसी स्टेट ਦੇ ਵਿੱਚ NRC ਦਾ ਕਨਸੈਪਟ ਲਾਗੂ ਨਹੀਂ। Then under NRC, the individual who arrived in Assam after 24th March 1971 are excluded from citizen list. ਇਹੀ ਜਿਸਟ ਹੈ ਇਹਦੀ। ਅਸਾਮ ਦੇ ਲੋਕਲ ਲੋਕਾਂ ਦੀ ਡਿਮਾਂਡ ਇਹ ਹੈ ਕਿ ਨਾਨ ਐਸਐਮਈਜ਼ ਪੀਪਲ ਨੂੰ, ਭਾਵੇਂ ਉਹ ਕਿਸੇ ਦੂਜੇ ਮੁਲਕ ਤੇ ਆਏ ਹੋਣ ਜਾਂ ਇੰਡੀਆ ਦੇ ਕਿਸੇ ਹੋਰ ਸਟੇਟ ਤੋਂ ਆਏ ਹੋਣ, ਉਹਨਾਂ ਨੂੰ ਬਾਹਰ ਕੀਤਾ ਜਾਵੇ। ਤਾਂ ਫਾਈਨਲੀ ਰਾਜੀਵ ਗਾਂਧੀ गवर्नमेंट के दौरान एक असम अकॉर्ड साइन किया गया, गवर्नमेंट ऑफ इंडिया, गवर्नमेंट ऑफ असम और एक स्टूडेंट ऑर्गेनाइजेशन सी आसो, ट्राईपाइट्रेट अग्रीमेंट होया ते क्या ठीक है इस मैकेनिज्म ਨੂੰ ਲਾਗੂ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ 24 ਮਾਰਚ 1971 ਤੋਂ ਬਾਅਦ ਜੋ ਵੀ ਲੋਕੀ ਅਸਾਮ ਦੇ ਵਿੱਚ ਰਹਿਣ ਗਏ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਦਿੱਤੀ ਜਾਊਗੀ, ਹੈਂਸ ਉਹਨਾਂ ਦਾ ਨਾਮ ਐਨਆਰਸੀ 'ਚ ਨਹੀਂ ਰੱਖਿਆ ਜਾਊਗਾ। Then lastly, the NRC process in Assam is directly linked to the Assam Accord of 1985 addressing the issue of illegal immigrants. So ਆਪਾਂ ਡਿਸਕਸ ਕੀਤਾ ਅਸਮ ਅਕੋਰਡ ਨੂੰ ਹੀ ਇੰਪਲੀਮੈਂਟ ਕਰਨ ਵਾਸਤੇ NRC ਦੇ ਵਿੱਚ ਇੱਕ ਡੇਟ ਤੈਅ ਕੀਤੀ ਗਈ ਹੈ ਤੇ ਇਸ ਨੂੰ ਹੀ ਲੀਗਲ ਵੇ ਦੇਣ ਵਾਸਤੇ 6A ਸੈਕਸ਼ਨ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਵੀ ਐਡ ਕੀਤਾ ਗਿਆ ਸੀਗਾ। So we have to find correct answer, correct statement as answer. So
1, 3, and 4 are correct statements. Next, which of the following statements regarding Citizenship Amendment Act 2019 are correct? The CAA applies to the citizens from Afghanistan, Bangladesh, Pakistan who belong to Hindu, Sikh, Buddha, Jain, Parsi or Christian religious communities. So याद कर लेना 10 Islamic countries ते 6 religious minorities. क्योंकि ਇੱਥੇ religious persecution का problem है with the religious minorities. So religiously persecuted community ਨੂੰ ਆਪਾਂ help out ਕਰਨ ਵਾਸਤੇ Citizenship Amendment Act ਲੈ ਕੇ ਆਏ ਹਾਂ. The person from the mentioned countries and religions who entered India before 31 December 2014 will be considered illegal migrants. So ਇਹੀ ਤਾਂ clause ਹਟਾਇਆ ਗਿਆ ਹੈ ਕਿ ਇਹਨਾਂ 6 ਰਿਲੀਜੀਅਸ ਆਇਡੈਂਟੀਟੀਜ਼ ਤੋਂ ਇਹਨਾਂ 3 ਮੁਲਕਾਂ ਤੋਂ ਆਉਣ ਵਾਲੇ ਸਿਟੀਜ਼ਨਸ ਨੂੰ ਭਾਵੇਂ ਉਹ ਇਲੀਗਲੀ ਐਂਟਰ ਹੋਏ ਇੰਡੀਆ 'ਚ ਜੇ ਉਹ 31 ਦਸੰਬਰ 2014 ਤੋਂ ਪਹਿਲਾਂ ਐਂਟਰ ਹੋ ਚੁੱਕੇ ਨੇ ਉਹਨਾਂ ਨੂੰ ਇਲੀਗਲ ਮਾਈਗ੍ਰੈਂਟ ਕੰਸੀਡਰ ਨਹੀਂ ਕੀਤਾ ਜਾਊਗਾ ਜੇ ਆਪਾਂ ਇਲੀਗਲ ਮਾਈਗ੍ਰੈਂਟ ਦੀ ਕੰਸੀਡਰੇਸ਼ਨ ਹਟਾਵਾਂਗੇ ਤਾਂ ਹੀ ਆਪਾਂ ਸਿਟੀਜ਼ਨਸ਼ਿਪ ਲੈ ਸਕਦੇ ਹਾਂ then CAA reduces the period of naturalization to 5 years for those covered under the act. Yes, otherwise naturalization ਦਾ ਪੀਰੀਅਡ ਹੈ 11 ਸਾਲ ਇਹਨਾਂ ਸਪੈਸਿਫਿਕ ਕਮਿਊਨਿਟੀ ਵਾਸਤੇ ਆਪਾਂ ਨੈਚੁਰਲਾਈਜੇਸ਼ਨ ਦਾ ਪੀਰੀਅਡ ਘਟਾ ਕੇ 5 ਸਾਲ ਕਰਤਾ ਹੈ तो 2014 कट ऑफ डेट है 2019 ਇਹ ਲਾਅ ਪਾਸ ਹੋਇਆ 5 ਸਾਲ ਗੁਜ਼ਰ ਗਏ ਉਸੇ ਵਕਤ ਉਹ ਐਲੀਜੀਬਲ ਸੀਗੇ ਸਿਟੀਜ਼ਨਸ਼ਿਪ ਲੈਣ ਵਾਸਤੇ The CA rules were notified by the center in March 24 to begin implementation. Now this is the paradox. 2019 ਦੇ ਵਿੱਚ ਐਕਟ ਪਾਸ ਹੋ ਗਿਆ ਸੀਗਾ ਲੇਕਿਨ ਕਿਸੇ ਵੀ ਐਕਟ ਨੂੰ ਇੰਪਲੀਮੈਂਟ ਕਰਨ ਵਾਸਤੇ ਆਪਾਂ ਨੂੰ ਲੋੜ ਹੁੰਦੀ ਹੈ ਰੂਲਸ ਦੀ ਤਾਂ ਉਹ ਰੂਲਸ ਮਾਰਚ 2024 ਦੇ ਵਿੱਚ ਜਾ ਕੇ ਫਾਰਮ ਹੋਏ ਉਸ ਤੋਂ ਬਾਅਦ ਸਿਟੀਜ਼ਨਸ਼ਿਪ ਦਾ ਪ੍ਰੋਸੈਸ ਕਲੀਅਰ ਹੋਇਆ ਜੋ ਇਹਨਾਂ ਇੰਟੈਂਡਡ ਬੈਨੀਫੀਸ਼ੀਅਰੀ ਨੂੰ ਦਿੱਤਾ ਜਾਊਗਾ So we have to find correct statement as our answer and here 1, 3 and 4 are correct statement. Next, which of the following statements regarding the Supreme Court's ruling on Section 6A of Citizenship Act 1955 are correct? Because of current affair value से साले judgment आई है और Section 6A दी constitutional validity ਨੂੰ Supreme Court ने upheld रखा है तो current affair value करके ਆਪਾਂ ਨੂੰ ਇਹ क्वेश्चन prepare करना पहला statement the Supreme Court held Section 6A of the Citizenship Act 1955 as unconstitutional and void. Wrong. सगो constitutional validity ਨੂੰ upheld ਕੀਤਾ ਗਿਆ Section 6A confers citizenship to the immigrants who entered Assam after January 1, 1971. No, sir. ਸਗੋ 1971 ਤੋਂ ਬਾਅਦ ਜੋ ਵੀ ਅਸਾਮ ਚ ਐਂਟਰ ਹੋਇਆ ਉਹਨਾਂ ਨੂੰ ਸਿਟੀਜ਼ਨ ਕੰਸੀਡਰ ਨਹੀਂ ਕੀਤਾ ਜਾਊਗਾ Further, the provision was inserted in the act to implement Assam Accord. Yes, it is linked to Assam Accord. And finally, the court ruled the cutoff date of citizenship in Assam Accord violated Article 14 right to equality. ਜੇ ਫੰਡਾਮੈਂਟਲ ਰਾਈਟ ਨੂੰ ਇਹ ਵਾਇਲੇਟ ਕਰ ਰਿਹਾ ਹੁੰਦਾ ਤਾਂ ਇਹਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕੀਤਾ ਜਾਣਾ ਸੀਗਾ ਜੋ ਕਿ ਨਹੀਂ ਕਰ ਰਿਹਾ So finally, how many statements are correct? Only one statement is correct. ਹੁਣ ਇਹ ਦੋ ਤਿੰਨ ਕਨਸੈਪਟ ਆਪਾਂ ਕਲੀਅਰ ਕਰ ਲਈਏ ਅਸਮ ਅਕੋਰਡ NRC ਤੇ ਸਿਟੀਜ਼ਨਸ਼ਿਪ ਐਕਟ ਦਾ ਸੈਕਸ਼ਨ 6A ਅਸਮ ਅਕੋਰਡ ਦੇ ਵਿੱਚ ਭਾਰਤ ਸਰਕਾਰ ਅਸਾਮ ਸਰਕਾਰ ਇਹ ਤੈਅ ਕਰਦੀ ਹੈ ਕਿ ਬਈ ਇਲੀਗਲ ਇਮੀਗ੍ਰੈਂਟ ਨੂੰ ਬਾਹਰ ਕਰਾਂਗੇ ਤੇ ਮਾਰਚ 24 1971 ਕਟ ਆਫ ਡੇਟ ਹੋਊਗੀ ਲੇਕਿਨ ਇਹ ਤਾਂ ਇੱਕ ਤਰ੍ਹਾਂ ਦਾ ਅਗਰੀਮੈਂਟ ਹੈ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਸਾਨੂੰ ਲਾਅ ਦੀ ਲੋੜ ਹੈ ਤਾਂ ਐਸੇ ਚੀਜ਼ ਨੂੰ ਇੰਪਲੀਮੈਂਟ ਕਰਨ ਦੇ ਲਈ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਸੈਕਸ਼ਨ 6A ਐਡ ਕੀਤਾ ਗਿਆ ਤੇ ਉਹਨੂੰ ਚੈਲੰਜ ਕੀਤਾ ਸੀਗਾ ਕਿ ਜੀ ਬਾਕੀ ਸਟੇਟ ਦੇ ਵਿੱਚ ਤਾਂ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਫਿਰ ਅਸਮ ਲਈ ਕਿਉਂ ਲੈ ਕੇ ਆ ਰਹੇ ਹੋ ਤਾਂ ਅਸਮ ਦੀ ਯੂਨੀਕ ਡੈਮੋਗ੍ਰਾਫੀ ਨੂੰ ਦੇਖਦੇ ਹੋਏ ਇਹਦੇ ਹਿਸਟੋਰੀਕਲ ਐਕਸਪੀਰੀਅੰਸ ਨੂੰ ਦੇਖਦੇ ਹੋਏ ਫਾਈਨਲੀ 6A ਦੀ ਕਨਸਟੀਟਿਊਸ਼ਨਲ ਵੈਲਿਡਿਟੀ ਨੂੰ ਅਪਹੈਲਡ ਕੀਤਾ ਗਿਆ ਹੈ ਮੂਵਿੰਗ ਟੂ which of the following is correct chronological order of states to be imparted the status of complete state of Union of India. So ਇਹ ਵੀ ਇੱਕ ਪ੍ਰੀਵੀਅਸ ਈਅਰ ਕੁਐਸਚਨ ਹਰਿਆਣਾ ਨੇ ਇਹ ਪੁੱਛਿਆ ਸੀਗਾ ਤਾਂ ਸਟੇਟ ਲੈਵਲ ਤੇ ਕਈ ਵਾਰੀ ਇਸ ਤਰ੍ਹਾਂ ਦਾ ਕ੍ਰੋਨੋਲੋਜੀਕਲ ਆਰਡਰ ਪੁੱਛ ਲੈਂਦੇ ਨੇ ਸੋ ਇਟ ਕਮਸ ਵਿਦ ਸਿੱਕਿਮ ਅਰੁਣਾਚਲ ਨਾਗਾਲੈਂਡ ਹਰਿਆਣਾ ਔਰ ਇਹਨਾਂ ਹੀ ਸਟੇਟਸ ਨੂੰ ਅੱਗੇ ਪਿੱਛੇ ਕਰਕੇ ਦੱਸਿਆ ਕਰੈਕਟ ਕ੍ਰੋਨੋਲੋਜੀਕਲ ਆਰਡਰ ਆਪਾਂ ਦੱਸਣਾ ਨਾਰਥ ਈਸਟ ਦੇ ਵਿੱਚ ਜੋ ਪਹਿਲੀ ਸਟੇਟ ਫਾਰਮ ਹੋ ਰਹੀ ਹੈ ਆਫਟਰ ਇੰਡੀਪੈਂਡੈਂਸ ਇਨ 1963 that was the ਨਾਗਾਲੈਂਡ ਤੇ ਹਰਿਆਣਾ ਮੇਰੇ ਖਿਆਲ ਨਾਲ ਇਹ ਆਪਾਂ ਨੂੰ ਪਤਾ ਹੈ 1966 on the recommendation of Shah Commission Punjab Haryana and Chandigarh was trifurcated then Sikkim
ਸੋ 1974-75 ਦੇ ਵਿੱਚ ਆਪਾਂ ਸਿੱਕਿਮ ਨੂੰ ਐਕਵਾਇਰ ਕੀਤਾ ਸੀਗਾ। 1975 ਦੇ ਵਿੱਚ ਪ੍ਰੀਸਾਈਜ਼ਲੀ ਸਿੱਕਿਮ ਨੂੰ ਸਟੇਟਹੁੱਡ ਦੇ ਦਿੱਤਾ ਗਿਆ ਸੀਗਾ ਤੇ ਅਰੁਣਾਚਲ ਪ੍ਰਦੇਸ਼ in 1987 it was given statehood. B is the correct one. ਇੱਕ ਕੁਐਸਚਨ ਇਹ ਜ਼ਰੂਰ ਪ੍ਰਪੇਅਰ ਕਰਨਾ ਹੈ ਕਿ ਜਿੰਨੇ ਵੀ ਸਟੇਟ ਹੁਣ ਤੱਕ ਬਣੇ ਨੇ, ਅਗਰ ਤੁਹਾਨੂੰ ਪਾਰਟਿਕੂਲਰ ਈਅਰ ਯਾਦ ਨਹੀਂ ਵੀ ਰਹਿੰਦਾ, ਕੁਝ ਇੰਪੋਰਟੈਂਟ ਸਟੇਟ ਦਾ ਈਅਰ ਯਾਦ ਰੱਖਾਂਗੇ, ਕ੍ਰੋਨੋਲੋਜੀਕਲ ਆਰਡਰ ਵਾਲਾ ਕੁਐਸਚਨ ਆਪਾਂ ਤਾਂ ਜੋ ਸਹੀ ਕਰ ਸਕੀਏ। ਲਾਸਟ ਕੁਐਸਚਨ, according to the Citizenship Act of 1955, by which of the following ways can a person lose the citizenship of India? ਸੋ 5 ਗਰਾਊਂਡ ਦਿੱਤੇ ਗਏ ਨੇ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਸਿਟੀਜ਼ਨਸ਼ਿਪ ਐਕਵਾਇਰ ਕਰਨ ਦੇ: ਬਰਥ, ਡਿਸੈਂਟ, ਰਜਿਸਟ੍ਰੇਸ਼ਨ, ਨੈਚੁਰਲਾਈਜੇਸ਼ਨ, ਇਨਕੋਰਪੋਰੇਸ਼ਨ ਆਫ ਟੈਰੀਟਰੀ। ਤੇ ਨਾਲ ਹੀ 3 ਗਰਾਊਂਡ ਦਿੱਤੇ ਗਏ ਨੇ ਸਿਟੀਜ਼ਨਸ਼ਿਪ ਲੂਜ਼ ਕਰਨ ਦੇ, ਐਂਡ 3 ਗਰਾਊਂਡਸ ਆਰ ਬਾਈ ਟਰਮੀਨੇਸ਼ਨ, ਰਿਨੰਸੀਏਸ਼ਨ ਐਂਡ ਡੈਪਰੀਵੇਸ਼ਨ। ਰਿਨੰਸੀਏਸ਼ਨ ਇਜ਼ ਸੈਲਫ ਐਕਟ, ਤੁਸੀਂ ਖੁਦ ਇੱਕ ਸਰਕਾਰੀ ਫਾਰਮ ਭਰ ਕੇ ਸਿਟੀਜ਼ਨਸ਼ਿਪ ਛੱਡ ਸਕਦੇ ਹੋ। ਟਰਮੀਨੇਸ਼ਨ ਦਾ ਸਿੰਗਲ ਗਰਾਊਂਡ ਹੈ ਨੋ ਡਿਊਅਲ ਸਿਟੀਜ਼ਨਸ਼ਿਪ। ਸੋ ਆਰਟੀਕਲ 9 ਨੂੰ ਇੱਥੇ ਰਿਪਲੀਕੇਟ ਕੀਤਾ, ਕੋਈ ਵੀ ਇੰਡੀਅਨ ਸਿਟੀਜ਼ਨ ਅਗਰ ਵੋਲੰਟੈਰੀਲੀ ਐਕਵਾਇਰ ਕਰ ਲੈਂਦਾ ਹੈ ਕਿਸੇ ਔਰ ਕੰਟਰੀ ਦੀ ਸਿਟੀਜ਼ਨਸ਼ਿਪ ਤਾਂ ਉਹਦੀ ਇੰਡੀਅਨ ਸਿਟੀਜ਼ਨਸ਼ਿਪ ਟਰਮੀਨੇਟ ਕਰ ਦਿੱਤੀ ਜਾਊਗੀ। ਤੇ ਡੈਪਰੀਵੇਸ਼ਨ ਅਗੇਨ ਐਕਟ ਆਫ ਲਾਅ, ਬਹੁਤ ਸਾਰੇ ਗਰਾਊਂਡਸ ਇੱਥੇ ਪ੍ਰੋਵਾਈਡ ਕੀਤੇ ਗਏ ਨੇ ਜਿਹਦੇ ਆਧਾਰ ਤੇ ਕਿਸੇ ਸਿਟੀਜ਼ਨ ਦੀ ਸਿਟੀਜ਼ਨਸ਼ਿਪ ਨੂੰ ਆਪਾਂ ਡਿਪਰਾਈਵ ਆਫ ਵੀ ਕਰ ਸਕਦੇ ਹਾਂ। ਜਿਵੇਂ ਮੰਨ ਲਓ ਕਿਸੇ ਫੋਰਨਰ ਨੇ ਇੰਡੀਅਨ ਸਿਟੀਜ਼ਨਸ਼ਿਪ ਲਈ, ਲੇਕਿਨ ਬਾਅਦ ਪਤਾ ਲੱਗਿਆ that citizenship was acquired by way of fraud, concealment of fact, ਤਾਂ ਫਿਰ ਉਹਨੂੰ ਸਿਟੀਜ਼ਨਸ਼ਿਪ ਤੋਂ ਡਿਪਰਾਈਵ ਆਫ ਕਰ ਦਿੱਤਾ ਜਾਊਗਾ। ਸੋ ਆਨਸਰ ਇਜ਼ 1, 2 ਐਂਡ 3। ਸੋ ਇਹਨਾਂ ਛੋਟੀ ਛੋਟੀ ਕਲਾਸਿਸ ਦੇ ਰਾਹੀਂ ਆਪਾਂ ਡੇਲੀ ਬੇਸਿਸ ਤੇ 10-10 ਕੁਐਸਚਨ ਸੋਲਵ ਕਰਨੇ ਆ ਔਰ ਆਪਾਂ ਆਪਣੇ ਪੋਲਿਟੀ ਦੇ ਟੌਪਿਕਸ ਨੂੰ ਕੰਸੋਲੀਡੇਟ ਵੀ ਕਰਨਾ। ਦੈਟਸ ਆਲ ਫॉर ਟੁਡੇ। ਥੈਂਕ ਯੂ ਸੋ ਮਚ।